ये काइंड ऑफ फर्स्ट इन लुधियाना और से पंजाब हुई है, जो कि सर्जरी बहुत डिफ़िकल्ट थी। ब्रेन खोलना पड़ता है, ना ब्रेन स्कल खोली गई, ना पेशेंट को कॉम्प्लिकेशन हुई। डॉक्टर झावर ने इजीली नाक के रस्से से बड़े संभाल के उस खतरनाक ऑपरेशन को बड़े आसान तरीके से निकाल दिया। इट्स ए वंडरफुल जॉब ही हैज़ डन। ਹੁਣ एग्जाम्पल ਅਸੀਂ ਦੇ ਰਹੇ ਸੀ AVM की डॉक्टर साहब, जो पेशेंट फॉर्चुनेटली ब्रेन हैमरेज वाला नहीं आ सका। आई रिमेंबर कि 90 में व्हेन आई वाज प्रैक्टिसिंग, ऐसा ही पेशेंट आया जिसको दाखिल किया। दे कुड अफोर्ड इट, इट वाज नॉट पॉसिबल इन इंडिया दैट टाइम। एट 90 में वो पेशेंट 20 करोड़ रुपीस स्पेंड करके USA से ट्रीटमेंट करा के आए थे। And he had lot many issues. Going to USA is not that simple. And now यहाँ पे पेशेंट आया, आराम से सर्जरी कर दी गई और 4 दिन बाद छुट्टी हुई। ये डॉक्टर झावर बताएं। हाँ देखो, मेजर ये टाइम 2 ਤੋਂ 3 ਘੰਟੇ ਲੱਗੇ, जो कि अपने आप च भी काफ़ी फास्ट कमांगे। ज़्यादातर न्यूरो सर्जरी ਅਸੀਂ टाइम ਤੇ ਇੰਨੀ ਤਵੱਜੋ ਨਹੀਂ ਦਿੰਦੇ। ਸਾਡਾ ਕੰਮ ਮੇਨ ਜੌਬ ਹੁੰਦੀ ਕਿ ਕੰਮ ਵਧੀਆ ਹੋਵੇ, ਘੰਟਾ ਅੱਗੇ ਪਿੱਛੇ ਵੀ ਲੱਗ ਜਾਵੇ ਉਹ ਮੈਟਰ ਨਹੀਂ ਕਰਦਾ। ਕਿਸੇ ਦੀ ਲਾਈਫ ਦਾ ਸਵਾਲ ਹੈ, ਉਹਨੇ ਪੂਰੀ ਲਾਈਫ ਗੁਜ਼ਾਰਨੀ ਹੈ। ਜੋ ਮੇਜਰ ਕੰਪਲਿਕੇਸ਼ਨ ਇਹ 'ਚ ਹੋ ਸਕਦੀ ਹੈ ਉਹ ਸਭ ਤੋਂ ਮੇਜਰ ਬਲੀਡਿੰਗ, ਕਿਉਂਕਿ ਜਦੋਂ ਤੁਸੀਂ ਨੱਕ ਥਣੀ ਆਪਰੇਸ਼ਨ ਕਰ ਰਹੇ ਆ, ਦੋਨੋਂ ਮੇਨ ਜਿਹੜੀਆਂ ਦਿਮਾਗ ਦੀਆਂ ਨਾੜੀਆਂ ਉਹਦੇ ਪਿੱਛੋਂ ਤੁਸੀਂ ਜਾਣਾ। ਇੱਕ ਵੀ ਨਾੜੀ ਨੂੰ ਕਿਸੇ ਵੀ ਤਰ੍ਹਾਂ ਦੀ ਇੰਜਰੀ ਹੋ ਜਾਂਦੀ ਆ ਤਾਂ ਉਹ ਆਪਰੇਸ਼ਨ ਉੱਥੇ ਹੀ ਖਤਮ ਹੋ ਜਾਂਦਾ। ਸੋ ਬਲੀਡਿੰਗ ਹੋ ਸਕਦੀ ਹੈ, ਅੱਖ ਦੀ ਨਾੜ ਦੀ ਇੰਜਰੀ ਹੋ ਸਕਦੀ ਹੈ, ਜਾਂ ਬਾਅਦ ਦੇ ਵਿੱਚ ਦਿਮਾਗ ਉਹ ਰਿਪੇਅਰ ਕਰਨੀ ਪੈਂਦੀ, ਕਿਉਂਕਿ ਤੁਸੀਂ ਨੱਕ ਥਣੀ ਦਿਮਾਗ 'ਚ ਜਾ ਰਹੇ ਆ ਅਤੇ ਤੁਹਾਨੂੰ ਵਾਪਸ ਉੱਥੇ ਉਹੀ ਰਸਤਾ ਬਣਾਉਣਾ ਉਹਨੂੰ ਦੁਬਾਰਾ ਸੀਲ ਕਰਨਾ ਪੈਂਦਾ। ਹਾਂਜੀ, ਸੋ ਇਹਨੂੰ 2 ਤੋਂ 3 ਘੰਟੇ ਲੱਗੇ ਸੀ। ਕਿੰਨੀ ਕੁ ਅਮਾਊਂਟ ਲੱਗ ਜਾਂਦੀ ਹੈ ਜੀ ਇੱਦਾਂ ਦੀ ਸਰਜਰੀ ਕਰਨ ਦੀ? ਦੇਖੋ, ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ, ਇਹੀ ਸਰਜਰੀਜ਼ ਜੇ ਆਪਾਂ ਬਾਹਰਲੇ ਮੁਲਕਾਂ ਜਿੱਦਾਂ ਹੋਰ ਸੈਂਟਰਾਂ ਦੇਖੀਏ ਉੱਥੇ ਤਾਂ ਇਹ ਕਰੋੜਾਂ ਦੇ ਹਿਸਾਬ ਨਾਲ, ਇੱਥੇ ਸਾਡੇ ਕੋਈ 2 ਤੋਂ 3 ਲੱਖ ਐਵਰੇਜ ਕਹਿ ਲਓ, ਬਾਕੀ ਇੰਨੇ ਕੀ ਹੁੰਦੀ ਹੈ। ਇਹ ਆਪਣੇ ਆਪ 'ਚ ਪਹਿਲੀ ਸਰਜਰੀ ਹੋਈ ਆ। ਇਸ ਤੋਂ ਇਲਾਵਾ ਪਿਚੂਟਰੀ ਟਿਊਮਰ, ਸਿੰਪਲ ਟਿਊਮਰ ਵਗੈਰਾ ਜਿਹੜੇ ਨੱਕ ਦੇ ਹੁੰਦੇ ਆ ਉਹ ਤਾਂ ਆਮ ਹੁੰਦੇ ਸੀਗੇ, ਪਰ ਦਿਮਾਗ ਦੇ ਅੰਦਰੋਂ ਟਿਊਮਰ ਕੱਢਣਾ, ਉਹ ਵੀ ਦਿਮਾਗ ਨੂੰ ਟੱਚ ਕੀਤੇ ਬਿਨਾਂ, ਇਹ ਪਹਿਲੀ ਵਾਰ ਹੋਇਆ। ਇਸ ਤੋਂ ਬਾਅਦ 3-4 ਦਿਨ ਬਾਅਦ ਅਸੀਂ ਛੁੱਟੀ ਦੇ ਦਿੰਦੇ ਹਾਂ। ਕੋਈ ਮੈਡੀਸਿਨ ਚਲੋ ਜਲਦੀ ਨਹੀਂ, ਫਿਲਹਾਲ ਕੋਈ ਮੈਡੀਸਨ ਜਦੋਂ ਆਪਾਂ ਟਿਊਮਰ ਕੱਢਦੇ ਉਸ ਤੋਂ ਮੈਡੀਸਿਨ ਲਗਾਤਾਰ ਚੱਲਦੀ ਹੈ ਕਿ ਨਹੀਂ ਕੋਈ ਮੈਡੀਸਨ। ਟਿਊਮਰ ਪੇਸ਼ੈਂਟ ਕਿਉਰ ਹੋ ਗਿਆ, ਸਾਦੀ ਰਸੌਲੀ, ਕੋਈ ਕੰਪਲਿਕੇਸ਼ਨ ਤਾਂ ਹੀ ਨਹੀਂ। ਜਿਹਦੇ ਨਾਲ ਮਰੀਜ਼ ਦੇ ਦਿਲ ਦੇ ਵਿੱਚ ਡਰ ਆ ਜਾਂਦਾ, ਜੇ ਛੋਟਾ ਆਪਰੇਸ਼ਨ ਕਰਨਾ ਹੋਵੇ ਤਾਂ ਵੀ ਡਰ ਦਿੰਦੇ। ਆਪਰੇਸ਼ਨ ਸੀ ਨੱਕ ਦੇ ਆਈ ਕੱਟਣੀ ਸੀ ਰਸੌਲੀ ਵਗੈਰਾ, ਕਿਵੇਂ ਪੇਸ਼ੈਂਟ ਨੂੰ ਕਿਵੇਂ ਕੀਤਾ ਗਿਆ? ਪੇਸ਼ੈਂਟ ਨੂੰ ਦੇਖੋ ਸਮਝਾਇਆ ਜਾਂਦਾ ਕਿ ਬਈ ਨਾ ਕਰਨ 'ਚ ਕੀ ਰਿਸਕ ਨੇ ਤੇ ਕਰਨ 'ਚ ਕੀ ਰਿਸਕ ਆ, ਤੇ ਉਹਨਾਂ ਨੂੰ ਦੱਸਿਆ ਜਾਂਦਾ ਕਿ ਜੇ ਨਾ ਕਰਾਂਗੇ ਤਾਂ ਆਹ ਚੀਜ਼ਾਂ ਹੋ ਸਕਦੀਆਂ। ਫਿਰ ਉਹਨੂੰ ਆਪਣੇ ਇੱਕ ਕਹਿ ਲਓ ਕਿ ਸਾਡੀ ਟੀਮ 'ਤੇ ਕੌਨਫੀਡੈਂਸ ਵੀ ਹੁੰਦਾ, ਜਦੋਂ ਦੇਖਦਾ ਕਿ ਉਹ ਇੱਥੇ ਨਿਊਰੋ ਦੇ ਸਾਰੇ ਪੇਸ਼ੈਂਟ ਆਲੇ ਦੁਆਲੇ ਠੀਕ ਹੋ ਕੇ ਜਾ ਰਹੇ ਆ ਤਾਂ ਉਹਦਾ ਕੌਨਫੀਡੈਂਸ ਬਹੁਤ ਬਣ ਜਾਂਦਾ। ਜਦੋਂ ਕੋਈ ਪੇਸ਼ੈਂਟ ਨੂੰ ਦੱਸ ਦੇਵੇ ਉਹਦਾ ਵੀ ਬਹੁਤ ਅਸਰ ਹੈ। ਦੂਜੀ ਸਰਜਰੀ ਤੇ ਹੋਰ ਸਰਜਰੀ ਰਿਸਪੈਕਟ ਕਿੰਨਾ ਘੱਟ ਸੀ ਜਾਂ ਵੱਧ ਸੀ? ਦੇਖੋ, ਇਹ ਸਰਜਰੀ ਆਪਣੇ ਆਪ 'ਚ ਇਹਨੂੰ ਅਸੀਂ ਕਹਿੰਦੇ ਮਿਨੀਮਲੀ ਇਨਵੇਸਿਵ ਸਰਜਰੀ, ਜਿਹਦੇ 'ਚ ਆਪਾਂ ਕੋਈ ਵੱਡਾ ਚੀਰਾ ਜਾਂ ਚੀਰ ਫਾੜ ਦੀ ਲੋੜ ਨਹੀਂ ਹੁੰਦੀ। ਪਰ ਇਹਦਾ ਮਤਲਬ ਇਹ ਨਹੀਂ ਕਿ ਇਹਦੇ 'ਚ ਰਿਸਕ ਘੱਟ ਜਾਂਦੇ, ਰਿਸਕ ਇਹਦੇ 'ਚ ਵੀ ਉਹੋ ਜਿਹੇ ਹੀ ਬਣੇ ਹੁੰਦੇ ਆ, ਪਰ ਇਹਦੇ 'ਚ ਇਹ ਆ ਕਿ ਲੌਂਗ ਟਰਮ ਪੇਸ਼ੈਂਟ ਨੂੰ ਕੋਈ ਨੁਕਸਾਨ ਨਹੀਂ ਹੁੰਦਾ, ਉਹਦੇ ਫਾਇਦੇ ਕਾਫੀ ਨੇ। ਰਿਸਕ ਸੇਮ ਬਲੀਡਿੰਗ ਵਾਲਾ ਜਿੱਦਾਂ ਮੈਂ ਦੱਸਿਆ ਉਹ ਬਣਿਆ ਹੁੰਦਾ, ਪਰ ਐਸ ਸੱਚ ਕੋਈ ਇੱਦਾਂ ਦੀ ਵਿਦ ਲੇਟੈਸਟ ਟੈਕਨੋਲੋਜੀ ਜੋ ਵੀ ਸਾਡੇ ਇਕਵਿਪਮੈਂਟ ਇੰਨਾ ਹਾਈ ਐਂਡ ਆ, ਉਹਦੇ ਨਾਲ ਇਹ ਚੀਜ਼ਾਂ ਦਾ ਬਹੁਤ ਘੱਟ ਰਿਸਕ ਹੋ ਜਾਂਦਾ। ਸਾਹਿਬ ਫੇਥ ਆਫ ਪੇਸ਼ੈਂਟ ਹੈ ਜਿਹੜਾ ਕਿ ਮੈਟਰ ਕਰਦਾ। ਹਾਂਜੀ, ਡਾਕਟਰ ਗੌਰਵ ਸਚਦੇਵਾ, ਮੈਂ ਅਰੋੜਾ ਨਿਊਰੋ ਸੈਂਟਰ ਤੇ ਮਲਟੀ ਸੁਪਰ ਸਪੈਸ਼ਲਿਟੀ ਹਸਪੀਟਲ ਦੇ ਵਿੱਚ। ਕੀ ਮੈਸੇਜ ਦੇਣਾ ਚਾਹੁੰਦੇ ਹੋ? ਅਸੀਂ ਪਬਲਿਕ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਵੀ ਬਹੁਤ ਅਵੇਅਰ ਹੋਣਾ ਜ਼ਰੂਰੀ ਹੈ ਕਿ ਅਲੱਗ-ਅਲੱਗ ਬਿਮਾਰੀਆਂ ਦੇ ਜਿਹੜੇ ਨਵੇਂ ਇਲਾਜ ਆ ਰਹੇ ਨੇ, ਨਵੀਆਂ ਟੈਕਨੀਕਸ ਸਾਰੀਆਂ ਨੇ। ਅਸੀਂ ਪ੍ਰੈਸ ਕਾਨਫਰੰਸ ਦੇ ਰਾਹੀਂ ਇਹੀ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਰੋੜਾ ਨਿਊਰੋ ਸੈਂਟਰ ਹੁਣ ਲੁਧਿਆਣਾ ਦੇ ਵਿੱਚ ਸਭ ਤੋਂ ਲੇਟੈਸਟ ਜਿਹੜੀਆਂ ਸਰਜਰੀਜ਼ ਹੁੰਦੀਆਂ ਬ੍ਰੇਨ ਦੀਆਂ, ਉਹ ਵੀ ਇੱਥੇ ਡਾਕਟਰ ਝਾਵਰ ਸਾਡੇ ਜਿਹੜੇ ਬਹੁਤ ਸੀਨੀਅਰ ਨਿਊਰੋ ਸਰਜਨ ਨੇ, ਪਹਿਲਾਂ ਪ੍ਰੋਫੈਸਰ ਸੀਗੇ CMC ਲੁਧਿਆਣਾ ਦੇ ਵਿੱਚ। ਕਹਿਣ ਦਾ ਮਤਲਬ ਵੀ ਅਸੀਂ ਪੂਰੇ ਇਕਵਿਪਡ ਹਾਂ, ਔਰ ਪਬਲਿਕ ਨੂੰ ਵੀ ਅਵੇਅਰ ਹੋਣਾ ਚਾਹੀਦਾ ਵੀ ਕਿਹੜੀ ਸਰਜਰੀ ਕਿਹੜੀ ਨਵੀਂ ਟੈਕਨੀਕ ਨਾਲ ਕਿੱਥੇ ਹੋ ਸਕਦੀ ਹੈ। ਔਰ ਅਸੀਂ ਲੋਕਾਂ ਨੂੰ ਇੱਥੋਂ ਇਹ ਵੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਆਪਣੀ ਸਿਹਤ ਦਾ ਖਿਆਲ ਰੱਖੋ। ਛੋਟੇ ਤੋਂ ਛੋਟੇ ਜਿਹੜੇ ਤੁਹਾਡੇ ਹੈਗੇ ਨੇ, ਭਾਵੇਂ ਕੋਈ ਸੁੰਨਪਨ ਆ ਰਿਹਾ, ਕੋਈ ਭਾਵੇਂ ਹੈਡੇਕ ਹੈ, ਨਿਗਾਹ ਘੱਟ ਰਹੀ ਹੈ, ਭੁੱਖ ਘੱਟ ਰਹੀ ਹੈ, ਜ਼ੁਬਾਨ 'ਚ ਕੋਈ ਬੋਲਣ 'ਚ ਦਿੱਕਤ ਆ ਰਹੀ ਹੈ,
ਛੋਟੇ ਤੋਂ ਛੋਟੇ ਸਾਈਨ ਨੂੰ ਵੀ ਇਗਨੋਰ ਨਹੀਂ ਕਰਨਾ ਚਾਹੀਦਾ। अभी सबने बताया कि इतनी एडवांस सर्जरी पॉसिबल हो पाई है, तो हम ये मैसेज देना चाहते हैं पब्लिक को कि पंजाब में, लुधियाना में ऐसी फैसिलिटीज़ बहुत अवेलेबल है, एडवांस फैसिलिटीज़ हैं। किसी को दिल्ली, बॉम्बे दूर तक जाने की ज़रूरत नहीं है। कोई भी प्रॉब्लम है वो आएँ, दिखाएं, उसका जो बेस्ट इलाज है वो हम करेंगे और उन्हें रिलीफ डेफिनेटली मिलेगा। और इस प्रेस कॉन्फ्रेंस का यही मकसद है कि लोगों को पता चले कि लुधियाना इज़ वन ऑफ द लीडिंग सिटीज़ व्हेन इट कम्स टू मेडिकल फैसिलिटीज़ इन द कंट्री। और हमारे हॉस्पिटल में जितनी एडवांस इंफ्रास्ट्रक्चर है, MRI स्कैन, CT स्कैन, न्यूरो सर्जरी इक्विपमेंट्स और जनरल मेडिसिन, डायबिटोलॉजी, वो सब लाभ उठाएं, आएँ, अब दिखाएं। और हमें उम्मीद है कि हम कंट्रीब्यूट कर पाएंगे कि सोसाइटी में जितने लोगों की सेवा हो सके वो हो। ਮੇਰਾ ਨਾਮ ਲਲਿਤਾ ਰਾਣੀ ਹੈ। ਮੈਨੂੰ ਸਪਾਈਨ ਦੀ ਪ੍ਰੋਬਲਮ ਸੀਗੀ। ਉਸ ਤੋਂ ਪਹਿਲਾਂ ਮੈਂ ਤੁਰਿਆ ਫਿਰਿਆ ਬਿਲਕੁਲ ਨਹੀਂ ਜਾਂਦਾ ਸੀ। ਜੇ 5 ਮਿੰਟ ਖੜ੍ਹੀ ਸੀ ਮੈਨੂੰ ਬਹੁਤ ਤਕਲੀਫ ਹੁੰਦੀ ਸੀਗੀ। ਜੋ ਦੀ ਮੈਂ ਸਰਜਰੀ ਕਰਾਈ ਉਸ ਤੋਂ ਬਾਅਦ ਮੈਂ ਸੈੱਟ ਹੈ। ਮੈਂ ਬਿਲਕੁਲ ਤੁਰ ਫਿਰ ਸਕਦੀ ਹਾਂ, ਕੋਈ ਪ੍ਰੋਬਲਮ ਨਹੀਂ ਹੈਗੀ। ਉਸ ਤੋਂ ਬਾਅਦ ਮੈਨੂੰ ਤਕਲੀਫ ਕਿਵੇਂ ਦੀ ਹੈ ਹੁਣ, ਕੋਈ ਦਰਦ ਵਗੈਰਾ? ਹੁਣ ਨਹੀਂ ਦਰਦ ਵੀ ਕੁਛ ਨਹੀਂ ਹੈਗੀ। ਹੁਣ ਤੁਰਨ 'ਚ ਮੈਂ ਠੀਕ ਹੈ, ਸਾਰਾ ਕੁਛ ਬਿਲਕੁਲ ਠੀਕ ਹੋ? ਹਾਂਜੀ ਬਿਲਕੁਲ ਠੀਕ ਹੈ। 1.5 ਮਹੀਨਾ ਹੋ ਗਿਆ ਮੇਰੀ ਸਰਜਰੀ ਹੋਈ ਨੂੰ, ਮੈਂ ਬਿਲਕੁਲ ਠੀਕ ਹੈ। ਠੀਕ ਹੈ, ਥੈਂਕ ਯੂ। हाँ जी, मेरा नाम पुष्पा है जी। ਕੀ ਨਾਮ ਆਦਾ ਜੀ? मेरा पुष्पा है। ਮਾਤਾ ਜੀ ਕੀ ਪ੍ਰੋਬਲਮ ਹੈ ਸੀ? मेरा ना ਅੱਖਾਂ ਦਾ ਥੋੜਾ ਜਿਹਾ ਕੰਮ ਦਿਖ ਰਿਹਾ ਸੀ, ਅੱਖਾਂ 'ਚ ਦਰਦ ਬਹੁਤ ਹੁੰਦਾ ਸੀ ਤੇ ਦਿਮਾਗ ਦੇ ਵਿੱਚ ਮੇਰੇ ਸੋੜੀ ਸੀ, ਸਿਰ ਜਿੱਥੇ ਦੇਖਦੀ ਸੀ ਬੇਹੋਸ਼ ਹੋ ਕੇ ਗਿਰ ਜਾਂਦੀ ਸੀ। ਤੇ ਮੈਂ ਡਾਕਟਰ ਰੋੜਾ ਜੀ ਦੇ ਆਈ ਐਕਸੀਡੈਂਟ ਦੇ ਕਾਰਨ, ਤੇ ਡਾਕਟਰ ਸਾਹਿਬ ਨੇ ਦੱਸਿਆ ਵੀ ਤੁਹਾਡੇ ਸਿਰ 'ਚ ਸੋੜੀ ਹੈ। ਤੇ ਮੇਰਾ ਆਪਰੇਸ਼ਨ ਐਨ ਠੀਕ ਠਾਕ ਹੋ ਗਿਆ ਜੀ। ਮੈਂ ਬਿਲਕੁਲ ਤੰਦਰੁਸਤ ਹਾਂ, ਕੋਈ ਮੈਨੂੰ ਬਿਮਾਰੀ ਨਹੀਂ। ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਮੁੜ ਕੇ ਲੰਬੀ ਜ਼ਿੰਦਗੀ ਦਿੱਤੀ ਹੈ। ਹੁਣ ਕੋਈ ਤਕਲੀਫ ਨਹੀਂ ਬੇਟਾ, ਕੋਈ ਤਕਲੀਫ ਨਹੀਂ, ਐਨ ਠੀਕ ਆ। ਇੱਕਦਮ ਠੀਕ? ਹਾਂਜੀ, ਕੋਈ ਤਕਲੀਫ ਨਹੀਂ। की गई है